कोर्ट की केंद्र सरकार ਨੂੰ ਇੱਕ ਵਾਰ ਫਿਰ ਤੋਂ ਫਟਕਾਰ ਲਗਾਈ ਹੈ। ਆਕਸੀਜਨ ਦੀ ਘਾਟ ਨੂੰ ਲੈ ਕੇ ਇਹ ਫਟਕਾਰ ਲਗਾਈ ਗਈ ਹੈ। ਕਾਬਿਲ ਗੌਰ ਹੈ ਕਿ ਕੇਂਦਰ ਨੇ ਦਿੱਲੀ ਹਾਈ ਕੋਰਟ ਦੀ ਦੇ ਉੱਪਰ ਚਿੱਠੀ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ ਪਰ ਅਸੀਂ ਨਹੀਂ ਇਹ ਕਿਹਾ। ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਆਕਸੀਜਨ ਦੀ ਕਮੀ ਦੀ ਪੂਰੀ ਜਿਹੜੀ ਉਸ ਨੂੰ ਪੂਰਤੀ ਜਲਦ ਤੋਂ ਜਲਦ ਕੀਤੀ ਜਾਵੇ। ਤਾਂ ਦੋ ਟੁੱਕ ਸਿੱਧੇ ਤੌਰ ਦੇ ਉੱਪਰ ਸੁਣਾਈ ਹੈ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ। ਨੇ ਕਿਹਾ ਕਿ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ ਪਰ ਅਸੀਂ ਨਹੀਂ। ਔਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਆਕਸੀਜਨ ਦੀ ਘਾਟ ਆ ਉਸ ਨੂੰ ਵੀ ਜਲਦ ਤੋਂ ਜਲਦ ਪੂਰਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਲਾਮਬੰਦ ਕੀਤਾ ਹਾਈ ਕੋਰਟ ਨੇ। ਤਾਂ ਲਗਾਤਾਰ ਦਿੱਲੀ ਦੇ ਵਿੱਚ ਕਰੋਨਾ ਨੇ ਕਹਿਰ ਬਰਸਾਇਆ। ਜਿਹੇ ਦੇ ਵਿੱਚ ਹਸਪੀਟਲਾਂ ਦੇ ਵਿੱਚ ਬੈੱਡ ਬਿਲਕੁਲ ਵੀ ਖਾਲੀ ਨਹੀਂ ਔਰ ਆਕਸੀਜਨ ਦੀ ਵੱਡੇ ਪੱਧਰ ਦੇ ਉੱਪਰ ਘਾਟ ਹੈ। ਜੋ ਕਿ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਜਿਹੜੇ ਬਾਕੀ ਦੇ ਸੂਬੇ ਨੇ ਜਾਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਕਿ ਆਕਸੀਜਨ ਦੀ ਬੜੀ ਕਿੱਲਤ ਆ ਰਹੀ ਹੈ ਦਿੱਲੀ ਦੇ ਵਿੱਚ ਔਰ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਕੇਂਦਰ ਸਰਕਾਰ ਦੇ ਉੱਪਰ। ਉਹਨੇ ਕਿਹਾ ਕਿ ਤੁਸੀਂ ਅੱਖਾਂ ਬੰਦ ਕਰਕੇ ਬੈਠ ਸਕਦੇ ਹੋ ਪਰ ਅਸੀਂ ਨਹੀਂ ਬੈਠ ਸਕਦੇ। ਕਿ ਦਿੱਲੀ ਹਾਈ ਕੋਰਟ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦਿੱਲੀ ਦੇ ਵਿੱਚ ਆਕਸੀਜਨ ਦੀ ਪੂਰਤੀ ਦੇ ਲਈ ਜਲਦ ਤੋਂ ਜਲਦ ਜਿਹੜੀ ਪੂਰਤੀ ਆ ਉਸ ਨੂੰ ਉਪਲਬਧ ਕਰਾਉਣ ਦੇ ਲਈ ਵੀ ਯਕੀਨੀ ਬਣਾਉਣ ਦੇ ਲਈ ਸਖਤ ਹਦਾਇਤ ਜਾਰੀ ਕੀਤੀ ਹੈ। ਤੇ ਉਧਰ ਵਿਦੇਸ਼ਾਂ ਤੋਂ ਆਈ ਮੈਡੀਕਲ ਮਦਦ ਨੂੰ ਲੈ ਕੇ ਰੇੜਕਾ ਬਰਕਰਾਰ ਹੈ। ਪੰਜਾਬ ਸਿਹਤ ਵਿਭਾਗ ਦਾ ਕੇਂਦਰ ਦੇ ਉੱਪਰ ਵੱਡਾ ਇਲਜ਼ਾਮ ਲਗਾਇਆ। ਉਹਨਾਂ ਨੇ ਕਿਹਾ ਕਿ ਵਿਦੇਸ਼ੀ ਮਦਦ ਦਾ ਜਿਹੜਾ ਪੰਜਾਬ ਨੂੰ ਕੋਈ ਵੀ ਹਿੱਸਾ ਨਹੀਂ ਮਿਲਿਆ। ਕੇਂਦਰ ਤੋਂ ਲਗਾਤਾਰ ਮਦਦ ਦੀ ਗੁਹਾਰ ਲਗਾ ਰਿਹਾ ਪੰਜਾਬ। ਕਾਬਿਲ ਗੌਰ ਹੈ ਕਿ ਵਿਦੇਸ਼ਾਂ ਤੋਂ ਵੱਖ-ਵੱਖ ਦੇਸ਼ਾਂ ਤੋਂ ਯੂਕੇ ਦੀ ਗੱਲ ਕੀਤੀ ਜਾਵੇ, ਕੁਵੈਤ ਦੀ ਗੱਲ ਕੀਤੀ ਜਾਵੇ, ਵੱਡੀ ਗਿਣਤੀ ਦੇ ਵਿੱਚ ਆਕਸੀਜਨ ਤੇ ਹੋਰ ਵੈਂਟੀਲੇਟਰ ਵਗੈਰਾ ਜਿਹੜੀ ਮਦਦ ਹੈ ਉਹ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਆ ਰਹੀ ਹੈ। ਪਰ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਇੱਕ ਇਲਜ਼ਾਮ ਲਗਾਇਆ ਗਿਆ ਕਿ ਜਿਹੜੀ ਵਿਦੇਸ਼ਾਂ ਤੋਂ ਮਦਦ ਮਿਲ ਰਹੀ ਹੈ ਪੰਜਾਬ ਦੇ ਵੱਲੋਂ ਮਦਦ ਦੀ ਗੁਹਾਰ ਲਗਾਉਣ ਦੇ ਬਾਵਜੂਦ ਵੀ ਕੋਈ ਵੀ ਉਸ ਮਦਦ ਦਾ ਵਿਦੇਸ਼ੀ ਮਦਦ ਦਾ ਹਿੱਸਾ ਕੁਝ ਵੀ ਪਰਸੈਂਟੇਜ ਜਿਹੜੀ ਹੈ ਉਹ ਪੰਜਾਬ ਨੂੰ ਹਲੇ ਤੱਕ ਨਹੀਂ ਦਿੱਤੀ ਗਈ। ਤਾਂ ਵੱਡਾ ਇਲਜ਼ਾਮ ਕਹਿ ਰਹੇ ਹਾਂ ਪੰਜਾਬ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਜਿਹੜਾ ਵਿਦੇਸ਼ਾਂ ਤੋਂ ਮਦਦ ਇੰਡੀਆ ਨੂੰ ਮਿਲ ਰਹੀ ਹੈ ਕਰੋਨਾ ਕਾਲ ਦੇ ਵਿੱਚ ਉਸ ਨੂੰ ਲੈ ਕੇ ਪੰਜਾਬ ਨੂੰ ਉਸ ਦਾ ਕੋਈ ਵੀ ਲਾਭ ਜਾਂ ਪੰਜਾਬ ਨੂੰ ਉਸ ਦੀ ਕੋਈ ਵੀ ਜਿਹੜੀ ਪਰਸੈਂਟੇਜ ਦਾ ਬਣਦਾ ਹਿੱਸਾ ਹਾਲੇ ਤੱਕ ਨਹੀਂ ਦਿੱਤਾ ਗਿਆ। ਕਿ ਲਗਾਤਾਰ ਸਿਹਤ ਵਿਭਾਗ ਪੰਜਾਬ ਦੇ ਵੱਲੋਂ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਗਈ ਸੀ ਕਿ ਜਿਹੜਾ ਪੰਜਾਬ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੀ ਚਾਹੇ ਆਕਸੀਜਨ ਦੀ ਗੱਲ ਹੋਵੇ, ਚਾਹੇ ਵੈਕਸੀਨੇਸ਼ਨ ਦੀ ਗੱਲ ਹੋਵੇ ਜਾਂ ਫਿਰ ਹੋਰ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਸਮਾਨ ਦੀ ਗੱਲ ਹੋਵੇ ਉਸ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਪਰ ਬਾਵਜੂਦ ਇਸ ਤੇ ਜਿਹੜੀ ਹਲੇ ਵੀ ਸਥਿਤੀ ਹੈ ਉਹ ਪਹਿਲਾਂ ਹੀ ਤਰ੍ਹਾਂ ਬਰਕਰਾਰ ਹੈ। ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿਹਤ ਸਹੂਲਤਾਂ ਜਿਹੜੇ ਵਿਦੇਸ਼ਾਂ ਤੋਂ ਸਿਹਤ ਸਹੂਲਤਾਂ ਨਾਲ ਸੰਬੰਧਿਤ ਸਮੱਗਰੀ ਵਿਦੇਸ਼ਾਂ ਤੋਂ ਮਦਦ ਮਿਲ ਰਹੀ ਹੈ ਪਰ ਉਸ ਦਾ ਪੰਜਾਬ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਲਾਭ ਮਿਲਦਾ ਨਜ਼ਰ ਨਹੀਂ ਆ ਰਿਹਾ। ਤਾਂ ਸੂਬੇ ਦੇ ਅੰਦਰ ਵੀ ਕਰੋਨਾ ਪੈਰ ਪਸਾਰ ਰਿਹਾ। ਇਸ ਦੇ ਉੱਪਰ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਸਾਡੇ ਗੈਸਟ ਜੁੜੇ ਹੋਏ ਨੇ ਡਾਕਟਰ ਹਿਤੇਸ਼ ਗੌੜ ਜਿਹੜੇ ਕਿ ਦੱਸਣਗੇ ਕਿਸ ਤਰੀਕੇ ਦੇ ਨਾਲ ਇਸ ਦੌਰ ਦੇ ਵਿੱਚ ਆਪਣੇ ਆਪ ਨੂੰ ਔਰ ਦੂਜਿਆਂ ਨੂੰ ਵੀ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਮਹਿਫੂਜ਼ ਕੀਤਾ ਜਾ ਸਕਦਾ, ਬਚਾਇਆ ਸਕਦਾ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਪਰ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਹੈਲੋ ਸਰ। ਡਾਕਟਰ ਸਾਹਿਬ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ? ਹਾਂਜੀ ਹਾਂਜੀ ਸਰ, ਤੁਹਾਨੂੰ ਆ ਰਹੀ ਹੈ ਸਰ, ਸੁਣ ਰਹੀ ਹੈ? ਹੈਲੋ। ਹਾਂਜੀ ਡਾਕਟਰ ਸਾਹਿਬ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਪਰ। ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੇ ਜਿਹੜੇ ਹਾਲਾਤ ਨੇ ਉਹ ਬੇਹੱਦ ਖਤਰਨਾਕ ਰੂਪ ਅਖਤਿਆਰ ਕੀਤਾ ਹੋਇਆ ਕਰੋਨਾ ਜਿਹੜਾ ਇਸ ਵੇਲੇ ਪੀਕ ਚੱਲ ਰਹੀ ਹੈ ਕਰੋਨਾ ਦੀ। ਤਾਂ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਦਿੱਕਤ ਉਹਨਾਂ ਮਰੀਜ਼ਾਂ ਨੂੰ ਜ਼ਿਆਦਾ ਆਉਂਦੀ ਆ ਜਿਹੜੇ ਕਿ ਇੰਟਰਨਲੀ ਕਮਜ਼ੋਰ ਨੇ, ਚਾਹੇ ਉਹ ਆਪਾਂ ਗੱਲ ਕਰੀਏ ਕਿ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੈ, ਪਹਿਲਾਂ ਤੋਂ ਸਾਹ ਦੇ ਰੋਗੀ ਨੇ ਜਾਂ ਫਿਰ ਸ਼ੂਗਰ ਨਾਲ ਸੰਬੰਧ ਜਾਂ ਕਈ ਗੰਭੀਰ ਬਿਮਾਰੀਆਂ ਦੇ ਨਾਲ ਪੀੜਤ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਜ਼ਿਆਦਾ ਜਿਹੜੀ ਆ ਰੇਸ਼ੋ ਦੇ ਵਿੱਚ ਜਿਹੜਾ ਕਰੋਨਾ ਉਹ ਸ਼ਿਕਾਰ ਬਣਾ ਰਿਹਾ। ਪਰ ਜਿਸ ਤਰੀਕੇ ਦਾ ਨਵਾਂ ਸਟ੍ਰੇਨ ਆਇਆ ਯੂਕੇ ਦਾ ਸਟ੍ਰੇਨ ਆਇਆ ਉਸ ਦੀ ਚਪੇਟ ਦੇ ਵਿੱਚ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ। ਤਾਂ ਅਜਿਹੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਹੜੀਆਂ ਸਾਵਧਾਨੀਆਂ ਪਹਿਲ ਦੇ ਆਧਾਰ ਤੇ ਰੱਖਣੀ ਚਾਹੀਦੀ ਹੈ। सर देखो ਜਿਹੜਾ ਆਪਾਂ ਦੇਖਿਆ ਹੈ ਇਸ ਸਾਲ ਕੇ ਪੁਰਾਣੇ ਦੇ ਮੁਕਾਬਲੇ ਜਿਹੜੇ ਪੇਸ਼ੈਂਟ ਜਿਹਨਾਂ ਨੂੰ ਸ਼ੂਗਰ ਔਰ ਬਾਕੀ ਬਿਮਾਰੀ ਹੁੰਦੀ ਹੈ ਉਹਨਾਂ ਦੀ ਇਮਿਊਨਿਟੀ ਲੋ ਹੁੰਦੀ ਹੈ। ਬਟ ਸਾਰਿਆਂ ਨੂੰ ਪਤਾ ਆਪਾਂ ਨੂੰ ਕਿ ਜਿਹੜਾ ਇਸ ਵਾਰ ਸਟ੍ਰੇਨ ਆਇਆ ਉਹ ਕਾਫੀ ਜ਼ਿਆਦਾ ਖਤਰਨਾਕ ਹੈ, ਕਾਫੀ ਤੇਜ਼ ਫੈਲਦਾ ਹੈ ਤੇ ਉਹ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਤੱਕ ਇਨਵੋਲਵ ਕਰ ਰਿਹਾ ਹੈ। ਤੇ ਉਸ ਕੰਡੀਸ਼ਨ 'ਚ ਸਰ ਸਾਰਿਆਂ ਨੂੰ ਮਤਲਬ ਕਿ ਆਪਾਂ ਨੂੰ ਮੋਸਟਲੀ ਆਪਾਂ ਨੂੰ ਪਤਾ ਹੈ ਕਿ ਇਸ ਵਾਰ ਸਾਵਧਾਨੀ ਇਹ ਹੈ ਕਿ ਆਪਾਂ ਕਿਸੇ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ।
ਜੀ। ਠੀਕ ਹੈ। ਅੱਜ ਕੱਲ੍ਹ ਦੇ ਨੌਜਵਾਨਾਂ 'ਚ ਇਹ ਹੁੰਦਾ ਹੈ, ਉਹਨੂੰ ਲੱਗਦਾ ਹੈ ਕਿ ਮੈਂ ਪੂਰਾ ਫਿੱਟ ਹਾਂ, ਠੀਕ ਹੈ। ਤੇ ਬਜ਼ੁਰਗਾਂ ਦਾ ਜ਼ਿਆਦਾ ਹੈ, ਜੋ ਪੁਰਾਣੇ ਕੰਪੈਰੀਜ਼ਨ ਰਿਹਾ ਹੈ ਕਿ ਹਾਂ ਪੁਰਾਣੇ ਜਿਹੜੇ ਓਲਡ ਹੈ ਉਹਨਾਂ ਨੂੰ ਹੁੰਦਾ ਹੈ, ਨੌਜਵਾਨਾਂ ਨੂੰ ਨਹੀਂ ਹੁੰਦਾ। ਤੇ ਇਸੀ ਵਹਿਮ ਕਰਕੇ ਜਿਹੜੀ ਆਪਣੀ ਯੰਗ ਜਨਰੇਸ਼ਨ ਹੈਗੀ ਹੈ, ਠੀਕ ਹੈ, ਉਹ ਕਾਫੀ ਜ਼ਿਆਦਾ ਸ਼ਿਕਾਰ ਹੋ ਰਹੇ ਇਸ ਬਿਮਾਰੀ ਦੇ। ਤੇ ਇਤਿਹਾਸ ਪ੍ਰੀਕਾਸ਼ਨ ਦੇ ਲਈ ਸਭ ਤੋਂ ਜ਼ਿਆਦਾ ਮੇਨ ਜੋ ਚੀਜ਼ ਹੈ ਉਹੀ ਹੈ ਕਿ ਆਪਣਾ ਹਮੇਸ਼ਾ ਕਿਤੇ ਵੀ ਜਾਓ ਮਾਸਕ ਪਹਿਨੋ, ਤੇ ਆਪਣਾ ਜਿਹੜਾ ਸੋਸ਼ਲ ਡਿਸਟੈਂਸ ਜ਼ਰੂਰੀ ਹੈ, ਤੇ ਜਿੰਨਾ ਘੱਟ ਹੋ ਸਕੇ ਉਤਨਾ ਘਰੋਂ ਬਾਹਰ ਨਿਕਲਿਆ ਜਾਵੇ। ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਘਰੇ ਰਹੋ ਔਰ ਕਿਸੇ ਦੇ ਕੰਟੈਕਟ ਵਿੱਚ ਨਾ ਆਓ। ਮਤਲਬ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਹੁਣ ਇਹ ਜੋ 3 ਚੀਜ਼ਾਂ ਨੇ ਫੋਲੋ ਕਰਨੀਆਂ ਆਪਣੇ ਵਾਸਤੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹੋ, ਸਾਡੇ ਨਾਲ ਦਰਸ਼ਕ ਵੀ ਜੁੜ ਰਹੇ ਨੇ। ਇੱਕ ਵਾਰ ਫਿਰ ਦਰਸ਼ਕਾਂ ਨੂੰ ਦੱਸ ਦਈਏ ਕਿ 66 0172 66 74 701 ਦੇ ਉੱਪਰ ਤੁਸੀਂ ਕਾਲ ਕਰਕੇ ਸਿੱਧੇ ਤੌਰ ਦੇ ਉੱਪਰ ਜੁੜ ਸਕਦੇ ਹੋ ਸਾਡੇ ਨਾਲ। ਇਸ ਵੇਲੇ ਮੋਹਾਲੀ ਤੋਂ ਦਰਸ਼ਕ ਤਰਸੇਮ ਜੁੜ ਰਹੇ ਨੇ। ਤਰਸੇਮ ਜੀ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਪਰ। ਡਾਕਟਰ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਕੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਬਹੁਤ ਵੱਡੇ ਇਸ਼ੂ ਤੇ ਜਿਹੜਾ ਇਹ ਡਿਸਕਸ਼ਨ ਰੱਖੀ ਹੈ, ਉਹ ਡਾਕਟਰਾਂ ਦਾ ਜਿਹੜਾ ਮਤਲਬ ਡਿਸਕਸ ਕਰਕੇ ਇਹਨਾਂ ਦਾ ਬਹੁਤ ਵੱਡਾ ਲਾਹਾ ਲਿਆ ਜਾ ਸਕਦਾ ਜੀ। ਜੀ ਠੀਕ ਹੈ ਜੀ। ਤੇ ਡਾਕਟਰ ਸਾਹਿਬ, ਮੈਂ ਜਾਣਨਾ ਚਾਹੁੰਦਾ ਸੀ, ਮੈਂ ਆਸਥਮੈਟਿਕਲੀ ਪੇਸ਼ੈਂਟ ਹਾਂ। ਹਾਂਜੀ। ਤੇ ਜਿਹੜਾ ਮੈਂ ਕੋਵਿਡ ਦਾ ਇੰਜੈਕਸ਼ਨ ਅਗਰ ਲਵਾਉਣਾ ਤਾਂ ਮੈਨੂੰ ਕੋਈ ਦਿੱਕਤਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ ਮਤਲਬ ਕੋਈ? ਨਹੀਂ ਸਰ, ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਇੰਜੈਕਸ਼ਨ ਦੇ ਨਾਲ। ਤੇ ਇੱਕ ਬਹੁਤ ਜ਼ਿਆਦਾ ਮਤਲਬ ਕਿ ਕਾਮਨਲੀ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਜੋ ਅਸਥਮਾ ਦੇ ਪੇਸ਼ੈਂਟ ਹੁੰਦੇ ਆ, ਤੇ ਮੈਂ ਇੱਕ ਵਾਰ ਕਲੀਅਰ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਉਹਦੇ ਇੰਜੈਕਸ਼ਨ ਵੈਕਸੀਨੇਸ਼ਨ ਦਾ ਤੇ ਅਸਥਮਾ ਦਾ ਜਿਹੜੀ ਇਮਿਊਨਿਟੀ ਦਾ ਉਹ ਕੋਈ ਰਿਲੇਸ਼ਨ ਨਹੀਂ ਹੈ। ਮਤਲਬ ਸਾਰੇ ਜੋ ਹੈ ਵੈਕਸੀਨ ਲਗਵਾ ਸਕਦੇ ਆ, ਠੀਕ ਹੈ। ਓਨਲੀ ਇੱਕ ਦੋ ਚ ਪ੍ਰੈਗਨੈਂਸੀ ਥੋੜਾ ਧਿਆਨ ਰੱਖਣਾ ਪੈਂਦਾ ਹੈ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੋ ਵੀ ਸ਼ੂਗਰ, ਬੀਪੀ, ਅਸਥਮਾ ਜੋ ਵੀ ਹੈ ਉਹਨਾਂ ਵਾਸਤੇ ਸੇਫ ਹੈ ਵੈਕਸੀਨ, ਤੇ ਤੁਸੀਂ ਬਿਨਾਂ ਡਰ ਦੇ ਬਿਲਕੁਲ ਲਗਵਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਤਰਸੇਮ ਜੀ, ਉਮੀਦ ਕਰ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਹੋਵੇਗਾ। ਔਰ ਡਾਕਟਰ ਹਿਤੇਸ਼ ਜੀ, ਜਿਵੇਂ ਕਿ ਜ਼ਿਕਰ ਕਰ ਰਹੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜ਼ਿਆਦਾਤਰ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਡਰ ਬੈਠਿਆ ਹੋਇਆ ਕਿ ਸ਼ਾਇਦ ਇੰਜੈਕਸ਼ਨ ਲਗਾਉਣ ਦੇ ਨਾਲ ਉਹਨਾਂ ਦੇ ਉੱਪਰ ਕੋਈ ਗਲਤ ਇਸਦਾ ਇਫੈਕਟ ਜਾਂ ਗਲਤ ਰਿਐਕਸ਼ਨ ਹੋ ਜਾਵੇ। ਔਰ ਕਾਫੀ ਜਿਹੜੇ ਲੋਕ ਨੇ ਇਸੇ ਡਰ ਦੇ ਕਰਕੇ ਜਿਹੜੇ ਆ ਉਹ ਵੈਕਸੀਨ ਲਗਵਾਉਣ ਨਹੀਂ ਜਾ ਰਹੇ। ਹਾਂਜੀ ਸਰ, ਇਹੀ ਅਸੀਂ ਦੇਖਿਆ ਗਿਆ ਮੋਸਟ ਕੋਮਨਲੀ ਸਾਡੇ ਕੋਲ ਇਹ ਚੀਜ਼ਾਂ ਆਉਂਦੀਆਂ, ਪੁੱਛਦੇ ਆ ਕਿ ਅਸਥਮਾ ਪੇਸ਼ੈਂਟ ਕੇ ਦਵਾਈਆਂ। ਬਟ ਮੈਂ ਇੱਕ ਵਾਰ ਦੁਬਾਰਾ ਕਲੀਅਰ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਤੁਸੀਂ ਬੇਫਿਕਰ ਜਾਓ, ਕੋਈ ਰਿਐਕਸ਼ਨ ਕੋਈ ਜਿਤਨੀ ਵੀ ਹੁਣ ਸਾਡੇ ਕੋਲ ਲਗਾਏ ਆ ਅਸੀਂ ਕੁਝ ਦੇਖਿਆ ਵੀ ਨਹੀਂ। ਆਪਣੇ ਕੋਲ ਕਾਫੀ ਪੇਸ਼ੈਂਟ ਅਸੀਂ ਦੇਖ ਚੁੱਕੇ ਹਾਂ ਜਿਹੜੇ ਅਸਥਮਾ ਦੀ ਵੈਕਸੀਨੇਸ਼ਨ ਲਗਾਈ ਹੈ ਤੇ ਉਹਨਾਂ ਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਈ ਹੈ ਹੁਣ ਤੱਕ ਕਦੀ ਵੀ। ਜੀ ਬਿਲਕੁਲ। ਸਾਡੇ ਨਾਲ ਇੱਕ ਹੋਰ ਡਾਕਟਰ ਸਾਹਿਬ ਦਰਸ਼ਕ ਜੁੜ ਰਹੇ ਨੇ ਅੰਮ੍ਰਿਤਸਰ ਤੋਂ, ਕਮਲਪਾਲ ਜੁੜ ਰਹੇ ਨੇ। ਕਮਲਪਾਲ ਜੀ, ਸਵਾਗਤ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਪਰ। ਕੀ ਕਹਿਣਾ ਚਾਹੁੰਦੇ ਹੋ, ਕੀ ਤੁਹਾਡਾ ਸਵਾਲ ਹੈ? ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਇਦਾਂ ਹੈ ਕਿ ਅਸੀਂ ਪਹਿਲੀ ਡੋਜ਼ 30 ਅਪ੍ਰੈਲ ਨੂੰ ਲਗਵਾਈ ਆ। ਹਾਂਜੀ। ਪਰ ਸਰ ਅਸੀਂ ਉੱਥੇ ਜਾ ਕੇ ਮਤਲਬ ਮੈਡਮ ਨੂੰ ਕਹਿ ਨਹੀਂ ਸਕੇ ਕਿ ਸਾਡੀ ਪਹਿਲੀ ਡੋਜ਼ ਹੈ ਕਿ ਦੂਜੀ ਡੋਜ਼ ਹੈ। ਤੇ ਸੌਰੀ 1 ਅਪ੍ਰੈਲ ਨੂੰ ਲਗਵਾਈ ਹੈ। 30 ਅਪ੍ਰੈਲ ਨੂੰ ਅਸੀਂ ਪਹਿਲੀ ਡੋਜ਼ ਲਗਵਾਈ ਹੈ ਪਤੀ ਪਤਨੀ ਨੇ। ਹਾਂਜੀ। ਲੇਕਿਨ ਅਸੀਂ ਹਸਪੀਟਲ ਉੱਥੇ ਪ੍ਰਾਇਮਰੀ ਹੈਲਥ ਸੈਂਟਰ ਤੇ ਜਾ ਕੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਵੈਕਸੀਨੇਸ਼ਨ ਦੀ ਸਾਡੀ ਪਹਿਲੀ ਡੋਜ਼ ਹੈਗੀ ਹੈ, ਤੇ ਸਰ ਦੂਜੀ ਡੋਜ਼ ਲਗਵਾਉਣ ਲੱਗੇ ਕੋਈ ਦਿੱਕਤ ਤੇ ਨਹੀਂ ਹੈ ਉਹਦੀ? ਨਹੀਂ ਸਰ, ਕੋਈ ਪ੍ਰੋਬਲਮ ਨਹੀਂ ਹੈ। ਮੋਸਟਲੀ ਜਿਹੜਾ ਟਾਈਮ ਆਪਣਾ ਹੈਗਾ, ਦੇਖੋ ਜੋ ਰਿਕਮੈਂਡਡ ਹੁੰਦਾ ਹੈ, ਜਿਹੜਾ ਪਹਿਲਾਂ ਚੱਲ ਰਿਹਾ ਸੀ ਉਹ 28 ਦਿਨਾਂ ਦਾ ਸੀਗਾ ਕਿ 1 ਮਹੀਨੇ ਬਾਅਦ ਤੁਹਾਨੂੰ ਮੈਸੇਜ ਕੀਤਾ ਜਾਂਦਾ ਸਰਕਾਰ ਵੱਲੋਂ ਕਿ ਤੁਹਾਡਾ ਦਿਨ ਵੈਕਸੀਨ ਹੋਈ ਹੈ ਤੇ ਤੁਹਾਡਾ ਅਗਲਾ ਇੰਜੈਕਸ਼ਨ ਕਦੋਂ ਲੱਗਣਾ ਹੈ। ਸਰਕਾਰ ਦੇ ਵੱਲ ਪੂਰਾ ਮਤਲਬ ਕਿ ਮੈਸੇਜ ਕਰਕੇ ਦੱਸਿਆ ਜਾਂਦਾ ਕਿ ਤੁਹਾਡਾ ਹੁਣ ਦੂਜਾ ਟੀਕਾ ਹੈ, ਉਹਦਾ ਸਮਾਂ ਹੋ ਗਿਆ ਹੈ, ਠੀਕ ਹੈ। ਮੋਸਟਲੀ ਹੈ ਕਿ 28 ਦਿਨਾਂ ਬਾਅਦ ਲੱਗਦਾ ਹੈ। ਅੱਜ ਕੱਲ੍ਹ ਕਈ 6 ਹਫ਼ਤੇ ਬਾਅਦ ਵੀ ਆਪਾਂ ਸ਼ੁਰੂ ਕਰਤਾ ਹੈ, ਜੋ ਕਹਿੰਦੇ हैं 6 ਤੋਂ 8 ਹਫ਼ਤੇ ਬਾਅਦ। ਜਿੰਨਾ ਥੋੜਾ ਜ਼ਿਆਦਾ ਲਗਵਾਓਗੇ ਤਾਂ ਉਨੀ ਇਮਿਊਨਿਟੀ ਜ਼ਿਆਦਾ ਦੇਰ ਤੱਕ ਰਹਿੰਦੀ ਹੈ। ਬਟ ਇਹ ਕਿ 28 ਦਿਨਾਂ ਦਾ ਟਾਈਮ ਹੈਗਾ, 28 ਦਿਨਾਂ ਦੇ ਬਾਅਦ ਆਪਾਂ ਦੂਜੀ ਵੈਕਸੀਨੇਸ਼ਨ ਲੈਣੀ ਹੈ। ਉਹ ਤੁਹਾਨੂੰ ਸਰਕਾਰ ਵੱਲੋਂ ਪ੍ਰੋਪਰ ਪੂਰਾ ਦੱਸਿਆ ਜਾਏਗਾ ਜਦੋਂ ਤੁਹਾਡਾ ਇੰਜੈਕਸ਼ਨ ਦਾ ਟਾਈਮ ਹੋਏਗਾ ਸੈਕਿੰਡ ਵੈਕਸੀਨ ਦਾ, ਤੁਹਾਨੂੰ ਨੋਟੀਫਿਕੇਸ਼ਨ ਆਊਗਾ। ਤੁਹਾਨੂੰ ਨੋਟੀਫਿਕੇਸ਼ਨ ਆਊਗਾ ਤੁਹਾਡੇ ਫੋਨ ਦੇ ਉੱਪਰ, ਜਿਹੜਾ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ ਆ, ਜਿਹੜਾ ਤੁਹਾਡਾ ਡਾਟਾ ਲਿਆ ਗਿਆ, ਉਸ ਮੁਤਲਕ ਤੁਹਾਨੂੰ ਸੂਬਾ ਸਰਕਾਰ ਦੇ ਜਿਹੜੇ ਵੀ ਜਿਸ ਤਰੀਕੇ ਦੇ ਨਾਲ ਗਾਈਡਲਾਈਨਸ ਚੱਲ ਰਹੀਆਂ ਨੇ ਉਸ ਦੇ ਮੁਤਾਬਕ ਤੁਹਾਨੂੰ ਅਗਲੀ ਅਪਡੇਟ ਆਪਣੇ ਆਪ ਹੀ ਤੁਹਾਡੇ ਫੋਨ ਦੇ ਉੱਪਰ ਫੋਨ ਕਾਲ ਰਾਹੀਂ ਆ ਜਾਏਗੀ। ਔਰ ਕਦੋਂ ਤੁਸੀਂ ਦੂਸਰਾ ਜਿਹੜਾ ਇੰਜੈਕਸ਼ਨ ਲਗਵਾਉਣਾ ਉਸ ਦੀ ਵੀ ਜਾਣਕਾਰੀ ਤੁਹਾਨੂੰ ਸਮਾਂ ਰਹਿੰਦੇ ਹੀ ਮਿਲ ਜਾਵੇਗੀ। ਫਿਲਹਾਲ ਨਿਊਜ਼ 18 ਨਾਲ ਜੁੜਨ ਦੇ ਲਈ ਧੰਨਵਾਦ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਸੀ, ਤੁਸੀਂ ਗੱਲ ਕੀਤੀ ਸੀ ਕਿ ਜ਼ਿਕਰ ਕੀਤਾ ਸੀ ਇਮਿਊਨਿਟੀ ਦਾ, ਇਮਿਊਨਿਟੀ ਨੂੰ ਲੈ ਕੇ ਵੀ ਕਈ ਤਰੀਕੇ ਦੇ ਚਰਚਾਵਾਂ ਨੇ, ਕਈ ਤਰੀਕੇ ਦੇ ਜਿਹੜੇ ਸ਼ੰਕੇ ਨੇ ਉਹ ਦਰਸ਼ਕਾਂ ਦੇ ਜ਼ਿਹਨ ਦੇ ਵਿੱਚ ਨੇ। ਪਰ ਤੁਹਾਡੇ ਮਾਧਿਅਮ ਨਾਲ ਜਾਣਨਾ ਚਾਹੁੰਦਾ ਕਿ ਇਮਿਊਨਿਟੀ ਨੂੰ ਬੂਸਟ ਅਪ ਕਰਨ ਦੇ ਲਈ ਕਿਹੜੇ ਤਰੀਕੇ ਜਿਹੜੇ ਲੋਕ ਘਰ ਬੈਠ ਕੇ ਹੀ ਆਸਾਨੀ ਨਾਲ ਕਰ ਸਕਦੇ ਨੇ? ਦੇਖੋ ਸਰ, ਸਭ ਤੋਂ ਪਹਿਲਾਂ ਇਹੀ ਹੈ ਕਿ ਇਮਿਊਨਿਟੀ ਵਾਸਤੇ ਕਿ ਜਿਹੜਾ ਆਪਣੀ ਜੋ ਹਾਈ ਪ੍ਰੋਟੀਨ ਚੀਜ਼ਾਂ ਹੁੰਦੀਆਂ, ਜਿਵੇਂ ਪਨੀਰ ਹੋ ਗਿਆ, ਸੋਇਆ, ਕਾਲੇ ਚਨੇ, ਭੁੰਨੇ ਚਨੇ ਹੁੰਦੇ ਆ, ਠੀਕ ਹੈ, ਨਿਊਟਰੀਟਾਈਪ, ਤੇ ਉਹ ਪ੍ਰੋਟੀਨ ਵਾਲੀ ਚੀਜ਼ਾਂ ਕਾਫੀ ਹੈਲਪ ਕਰਦੀਆਂ, ਠੀਕ ਹੈ। ਉਹਦੇ ਨਾਲ ਆਪਾਂ ਥੋੜੀ ਬਰੀਥਿੰਗ ਐਕਸਰਸਾਈਜ਼ ਹੁੰਦੀ ਹੈ, ਜਿਵੇਂ ਯੋਗਾ ਹੋ ਗਿਆ, ਠੀਕ ਹੈ, ਮਾਰਨਿੰਗ ਵਾਕ, ਕਿ ਐਕਸੀਡੈਂਟਲ ਲਾਈਫਸਟਾਈਲ ਨਹੀਂ ਹੈ, ਆਪਣਾ weight ਫਿਟ ਰੱਖੋ, ਠੀਕ ਹੈ। ਕੋਈ ओवरवेट है तो थोड़ा फिजिकल एक्टिविटी ज़्यादा होनी चाहिए। और अपने खाने 'ਚ ਬਾਕੀ ਹੈ ਕਿ ਐਂਟੀਆਕਸੀਡੈਂਟਸ ਵਗੈਰਾ, ਜਿਵੇਂ ਆਪਾਂ ਫਲ ਫਰੂਟ ਖਾਈਏ ਜ਼ਿਆਦਾ, ਠੀਕ ਹੈ,
ਤੇ ਉਹ ਜਿਹੜੇ ਹੈ ਇਮਿਊਨਿਟੀ ਟੂ ਦਾ ਕਾਫੀ ਹੈਲਪ ਕਰਦੇ ਆ।